ਇਹਦੇ ਬਾਰੇ ਦੇ ਵਿੱਚ ਬਹੁਤ ਸਾਰੇ ਵਿਰੋਧਾਭਾਸ ਵੀ ਨੇ ਕਿ ਉੱਥੇ ਇੰਟਰਨੈਸ਼ਨਲ ਮੀਡੀਆ ਕੰਮ ਨਹੀਂ ਕਰਦਾ ਤੇ ਉੱਥੇ ਅੰਦਰਲੇ ਹਾਲਾਤ ਜਿਹੜੇ ਨੇ ਉਹ ਸਾਹਮਣੇ ਨਹੀਂ ਆਉਂਦੇ। ਪਰ ਫਿਰ ਵੀ ਚੀਨ ਆਪਣੇ ਆਪ ਦੇ ਵਿੱਚ ਇੱਕ ਵੱਡੀ ਪਾਵਰ ਬਣ ਕੇ ਜਿਹੜੀ ਆ ਉਹ ਜ਼ਰੂਰ ਉੱਭਰਿਆ। ਚੀਨ ਦੀ ਨੀਤੀ ਦੇ ਵਿੱਚ ਥੋੜਾ ਜਿਹਾ ਹਾਲੇ ਤੱਕ ਵੀ ਉਹ ਜਿਹੜਾ ਪਿਛਲੇ ਸਮੇਂ ਵਾਲਾ ਕਬਜ਼ੇ ਵਾਲਾ ਜਿਹੜਾ ਰੁਝਾਨ ਆ ਉਹ ਦੇਖਣ ਨੂੰ ਮਿਲਦਾ ਹੈ। ਚਾਹੇ ਉਹ ਪੰਜਾਬ ਭਾਰਤ ਦੇ ਵਿੱਚ ਅਰੁਣਾਚਲ ਹੋਵੇ, ਚਾਹੇ ਲੇਹ ਲਦਾਖ ਵਾਲਾ ਪਾਸਾ ਹੋਵੇ, ਵੱਖ-ਵੱਖ ਬਿਜਲੀ ਦੇ ਸਮਾਨ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚਿੱਪ ਨੇ, ਚਾਹੇ ਉਹ ਕਾਰਾਂ ਦੀਆਂ ਨੇ, ਚਾਹੇ ਉਹ ਹੋਰ ਇਲੈਕਟ੍ਰੋਨਿਕ ਉਪਕਰਨ ਦੀਆਂ ਨੇ, ਉਹ ਅੱਧੀਆਂ ਤੋਂ ਵੱਧ ਤਾਈਵਾਨ ਤੋਂ ਬਣ ਕੇ ਆਉਂਦੀਆਂ ਨੇ। ਜੇਕਰ ਇੱਥੇ ਕੋਈ ਇਸ ਖਿੱਤੇ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਤੇ ਮਹਿੰਗਾਈ ਵੀ ਹੋਰ ਵਧੇਗੀ ਤੇ ਸਾਰੀ ਦੁਨੀਆ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਲਾਈਨ ਆ ਉਹਦੇ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਆ ਸਕਦੀਆਂ ਨੇ। ਬਹੁਤ ਸਾਰੇ ਜਿਹੜੇ ਮਾਹਰ ਨੇ ਵਿਸ਼ੇ ਦੇ ਉਹ ਇਹੀ ਦੱਸਦੇ ਨੇ ਕਿ ਚੀਨ ਦੀਆਂ ਜਿਹੜੀਆਂ ਬਿਜ਼ਨਸ ਕਰਨ ਦੀਆਂ ਨੀਤੀਆਂ ਨੇ ਬਹੁਤੇ ਛੋਟੇ ਮੁਲਕਾਂ ਨਾਲ ਉਹ ਚੰਗੀਆਂ ਨਹੀਂ ਹੈਗੀਆਂ। ਸ਼ਰਮਾ ਜੀ, ਇੱਕ ਅੰਤਰਰਾਸ਼ਟਰੀ ਵਿਸ਼ਾ, ਅੰਤਰਰਾਸ਼ਟਰੀ ਖਬਰ ਹੈ ਜਿਹਦੇ ਤੇ ਆਪਾਂ ਥੋੜੀ ਜਿਹੀ ਗੱਲਬਾਤ ਕਰੀਏ। ਅਮਰੀਕਾ ਤੇ ਚੀਨ ਦੇ ਸਬੰਧ ਇਸ ਸਮੇਂ ਬਹੁਤ ਵਿਗੜ ਚੁੱਕੇ ਨੇ। ਇਸ ਦਾ ਮੁੱਖ ਕਾਰਨ ਇਸ ਸਮੇਂ ਜਿਹੜਾ ਬਣਿਆ ਹੈ, ਅਮਰੀਕਾ ਦੇ ਸਪੀਕਰ ਨੈਂਸੀ ਪਲੋਸੀ ਜਿਹੜੇ ਨੇ ਉਹ ਤਾਈਵਾਨ ਦੇ ਦੌਰੇ ਤੇ ਚਾਣਚੱਕ ਪਹੁੰਚ ਗਏ ਨੇ। ਉਹਨਾਂ ਨੇ ਏਸ਼ੀਆ ਦੇ ਟੂਰ ਕਰਨਾ ਸੀ ਜਿਹਦੇ ਵਿੱਚ ਕੁਝ ਮੁਲਕ ਸੀਗੇ ਜੀ, ਜਿਨ੍ਹਾਂ ਦੇ ਵਿੱਚ ਸਿੰਗਾਪੁਰ, ਜਾਪਾਨ ਉਹਨਾਂ ਨੇ ਜਾਣਾ ਸੀ, ਪਰ ਤਾਈਵਾਨ ਦਾ ਨਾਮ ਉਹਦੇ ਵਿੱਚ ਸੂਚੀ ਵਿੱਚ ਸ਼ਾਮਲ ਨਹੀਂ ਸੀ ਤੇ ਉਹ ਇੱਕਦਮ ਜਿਹੜਾ ਹੈ ਤਾਈਵਾਨ ਪਹੁੰਚ ਗਏ, ਜਿਸ ਦੇ ਉੱਤੇ ਚੀਨ ਨੇ ਜਿਹੜੀ ਹੈ ਜੀ ਸਖਤ ਨਾਰਾਜ਼ਗੀ ਜਿਹੜੀ ਹੈ ਪ੍ਰਗਟ ਕੀਤੀ ਹੈ। ਇਸ ਦਾ ਕਾਰਨ ਇਹ ਹੈ ਕਿ ਚੀਨ ਜਿਹੜਾ ਹੈ ਉਹ ਤਾਈਵਾਨ ਨੂੰ ਆਪਣਾ ਹੀ ਇੱਕ ਪ੍ਰਾਂਤ ਸਮਝਦਾ ਹੈ, ਜਦਕਿ ਤਾਈਵਾਨ ਦੇ ਲੋਕ ਆਪਣੇ ਆਪ ਨੂੰ ਇੱਕ ਅਲੱਗ ਮੁਲਕ ਸਮਝਦੇ ਨੇ। ਉਹ ਉਹਨਾਂ ਦਾ ਇੱਕ ਅਲੱਗ ਸੰਵਿਧਾਨ ਹੈ, ਅਲੱਗ ਸਰਕਾਰ ਚੁਣੀ ਜਾਂਦੀ ਹੈ। ਇਹ ਇੱਥੇ ਮੈਂ ਥੋੜ੍ਹਾ ਜਿਹਾ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਜਿਹੜਾ ਇਹ ਮੁੱਦਾ ਹੈ ਇਹ ਬਹੁਤ ਪੁਰਾਣਾ ਹੈ। ਵਰਲਡ ਵਾਰ ਜਦੋਂ ਲੱਗੀ ਸੀ ਸੈਕਿੰਡ, ਉਸ ਤੋਂ ਬਾਅਦ ਜਿਹੜੇ ਹੈ ਤਾਈਵਾਨ ਅਤੇ ਚੀਨ ਇਹ ਦੋਨੇ ਸ਼ਰਮਾ ਜੀ ਇੱਕ ਦੂਸਰੇ ਤੋਂ ਅਲੱਗ ਹੋਏ ਜੀ, ਕਿਉਂਕਿ ਚੀਨ ਦੇ ਵਿੱਚ ਉਸ ਸਮੇਂ ਦੋ ਪੋਲੀਟੀਕਲ ਪਾਰਟੀਆਂ ਸੀ। ਇੱਕ ਤਾਂ ਸੱਤਾਧਾਰੀ ਪਾਰਟੀ ਸੀ ਨੈਸ਼ਨਲਿਸਟ ਪਾਰਟੀ, ਜਿਸ ਦਾ ਕਿ ਉਦੋਂ ਰਾਜ ਸੀਗਾ। ਇੱਕ ਪਾਰਟੀ ਸੀ ਕਮਿਊਨਿਸਟ ਪਾਰਟੀ। ਇਹਨਾਂ ਦੋਨਾਂ ਪਾਰਟੀਆਂ ਦੇ ਵਿਚਕਾਰ ਲੰਬਾ ਸਮਾਂ ਜਿਹੜਾ ਲੜਾਈ ਚੱਲਦੀ ਰਹੀ। ਅਖੀਰ ਦੇ ਵਿੱਚ ਜਿਹੜੀ ਹੈ ਕਮਿਊਨਿਸਟ ਪਾਰਟੀ ਉਸ ਨੂੰ ਜਿੱਤ ਪ੍ਰਾਪਤ ਹੋਈ ਤੇ ਉਸਨੇ ਬੀਜਿੰਗ ਦੇ ਉੱਤੇ ਜਿਹੜਾ ਹੈ ਕਬਜ਼ਾ ਕਰ ਲਿਆ। ਸੋ ਉਸ ਸਮੇਂ ਜਦੋਂ ਕਮਿਊਨਿਸਟ ਪਾਰਟੀ ਦਾ ਕਬਜ਼ਾ ਹੋ ਗਿਆ ਬੀਜਿੰਗ ਦੇ ਉੱਤੇ, ਤੇ ਜਿਹੜੇ ਨੈਸ਼ਨਲਿਸਟ ਪਾਰਟੀ ਵਾਲੇ ਨੇ ਉਹ ਹੌਲੀ ਹੌਲੀ ਜਿਹੜਾ ਹੈ ਚੀਨ ਛੱਡ ਕੇ ਤਾਈਵਾਨ ਜਾਣ ਲੱਗੇ। ਤਾਈਵਾਨ ਜਾ ਕੇ ਉਹਨਾਂ ਨੇ ਜਿਹੜਾ ਜੀ ਉੱਥੇ ਉਸਨੂੰ ਇੱਕ ਅਲੱਗ ਕੰਟਰੀ ਵਾਂਗੂ ਕੰਮ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ। ਜਦੋਂ ਤੋਂ ਵੀ ਚਾਈਨਾ ਅਤੇ ਤਾਈਵਾਨ ਅਲੱਗ ਹੋਏ ਨੇ, ਜਿਹੜੀ ਇਹ ਨੈਸ਼ਨਲਿਸਟ ਪਾਰਟੀ ਹੈ ਇਹ ਤਾਈਵਾਨ ਦੀ ਮੇਨ ਅਹਿਮ ਪਾਰਟੀ ਰਹੀ ਹੈ ਤੇ ਜ਼ਿਆਦਾ ਸਮਾਂ ਰਾਜ ਵੀ ਜਿਹੜਾ ਹੈ ਇਹਨਾਂ ਨੇ ਕੀਤਾ ਹੈ। ਪਰ ਚੀਨ ਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਤਾਈਵਾਨ ਉਸ ਦਾ ਹੀ ਇੱਕ ਅੰਗ ਹੈ, ਉਸ ਦਾ ਹੀ ਇੱਕ ਸੂਬਾ ਹੈ ਤੇ ਕਿਸੇ ਨਾ ਕਿਸੇ ਸਮੇਂ ਜਿਹੜਾ ਹੈ ਤਾਈਵਾਨ ਉਹ ਚੀਨ ਦੇ ਵਿੱਚ ਦੁਬਾਰਾ ਮੁੜ ਸ਼ਾਮਲ ਹੋ ਜਾਵੇਗਾ। ਸੋ ਇਸ ਕਰਕੇ ਜਿਹੜਾ ਹੈ ਜੀ ਕੋਈ ਵੀ ਜਦੋਂ ਕੰਟਰੀ ਤਾਈਵਾਨ ਦੀ ਸਪੋਰਟ ਕਰਨ ਦੀ ਗੱਲ ਕਰਦਾ ਹੈ ਜਾਂ ਉੱਥੇ ਵਿਜ਼ਿਟ ਕਰਦਾ ਹੈ ਤੇ ਚੀਨ ਇਸ ਦੇ ਉੱਤੇ ਸਖਤ ਇਤਰਾਜ਼ ਕਰਦਾ ਹੈ। ਸੋ ਇਸ ਤਰੀਕੇ ਨਾਲ ਜਦੋਂ ਹੁਣ ਇੱਕ ਬਹੁਤ ਵੱਡੇ ਆਗੂ ਦਾ, ਅਮਰੀਕਾ ਆਗੂ ਦਾ ਇਸ ਤਰ੍ਹਾਂ ਤਾਈਵਾਨ ਪਹੁੰਚਣਾ, ਲਗਭਗ 25 ਸਾਲ ਬਾਅਦ ਕਹਿ ਸਕਦੇ ਹਾਂ ਕਿ ਇੱਕ ਵੱਡਾ ਆਗੂ ਜਿਹੜਾ ਅਮਰੀਕਨ ਆਗੂ ਹੈ ਇਸ ਤਰ੍ਹਾਂ ਤਾਈਵਾਨ ਪਹੁੰਚਿਆ ਹੈ। ਚੀਨ ਨੇ ਇਸ ਤੋਂ ਖਫਾ ਹੋ ਕੇ, ਗੁੱਸੇ ਹੋ ਕੇ ਜਿਹੜਾ ਹੈ ਜੀ ਬਹੁਤ ਸਾਰੀਆਂ ਸਟੇਟਮੈਂਟਸ ਦਿੱਤੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਸਿੱਧੇ ਸਿੱਧੇ ਜਿਹੜਾ ਹੈ ਜੀ ਉਹਨਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇ ਰਿਹਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੀ ਕਾਰਵਾਈ ਹੈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਮਰੀਕਾ ਤੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਅੱਗ ਨਾਲ ਖੇਡ ਰਹੇ ਨੇ ਤੇ ਇਸ ਦਾ ਨੁਕਸਾਨ ਉਹਨਾਂ ਨੂੰ ਭਰਨਾ ਪੈ ਸਕਦਾ ਹੈ ਜੀ। ਪਰ ਇਸ ਦੇ ਬਾਰੇ ਜਿਹੜੀ ਸ਼ਰਮਾ ਜੀ ਅਮਰੀਕਾ ਨੇ ਸਟੇਟਮੈਂਟ ਦਿੱਤੀ, ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਵਨ ਚਾਈਨਾ ਪਾਲਿਸੀ ਉਹਦੇ ਵਿੱਚ ਸਾਡੀ ਜਿਹੜੀ ਯੋਜਨਾ ਹੈ ਜਾਂ ਸਾਡੀ ਜਿਹੜੀ ਪਾਲਿਸੀ ਉਹਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਲਿਸੀ ਜਾਂ ਉਹਨਾਂ ਦੀ ਥਿੰਕਿੰਗ ਜਿਹੜੀ ਹੈ ਸੇਮ ਹੈ ਚਾਈਨਾ ਨੂੰ ਲੈ ਕੇ, ਵਨ ਚਾਈਨਾ ਪਾਲਿਸੀ। ਪਰ ਫਿਰ ਵੀ ਜਿਹੜਾ ਚਾਈਨਾ ਇਸ ਮਸਲੇ ਤੋਂ ਬਾਅਦ ਜਿਹੜਾ ਹੈ ਬਹੁਤ ਭੜਕਿਆ ਹੋਇਆ ਹੈ। ਫਾਈਟਰ ਜਿਹੜੇ ਜਹਾਜ਼ ਨੇ, ਉਹਨਾਂ ਦੇ ਜੰਗੀ ਜਹਾਜ਼ ਨੇ, ਉਹਨੇ ਤਾਈਵਾਨ ਦੇ ਆਲੇ ਦੁਆਲੇ ਜਿਹੜੇ ਨੇ ਉਹ ਨਿਯੁਕਤ ਕਰ ਦਿੱਤੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕਿਸ ਪਾਸੇ ਨੂੰ ਜਾਂਦੇ ਨੇ ਇਹ ਦੇਖਣਾ ਪਵੇਗਾ। ਪਰ ਆਮ ਜਿਹੜੇ ਪੋਲੀਟੀਕਲ ਜਿਹੜੇ ਮਾਹਰ ਨੇ ਉਹਨਾਂ ਦਾ ਮੰਨਣਾ ਹੈ ਕਿ ਸ਼ਾਇਦ ਲੜਾਈ ਇਸ ਮੌਕੇ ਦੇ ਉੱਤੇ ਨਹੀਂ ਲੱਗੇਗੀ, ਕਿਉਂਕਿ ਚਾਈਨਾ ਨੂੰ ਵੀ ਇਸ ਸਮੇਂ ਪੂਰਾ ਪਤਾ ਹੈ ਜੀ ਕਿ ਜੇਕਰ ਉਹ ਇਸ ਮੌਕੇ ਦੇ ਉੱਤੇ ਲੜਾਈ ਸ਼ੁਰੂ ਕਰਦਾ ਹੈ ਤਾਂ ਉਸ ਦਾ ਨੁਕਸਾਨ ਜਿਹੜਾ ਹੈ ਉਹ ਚਾਈਨਾ ਨੂੰ ਵੀ ਬਹੁਤ ਜ਼ਿਆਦਾ ਝੱਲਣਾ ਪੈ ਸਕਦਾ ਹੈ। ਖਾਸ ਤੌਰ 'ਤੇ ਜੋ ਲੜਾਈ ਜਿਹੜੀ ਆ ਰਸ਼ੀਆ ਅਤੇ ਯੂਕਰੇਨ ਦੇ ਵਿੱਚ ਇਸ ਸਮੇਂ ਚੱਲ ਰਹੀ ਹੈ ਉਸ ਨੂੰ ਦੇਖਦੇ ਹੋਏ ਚਾਈਨਾ ਸ਼ਾਇਦ ਇਸ ਤਰ੍ਹਾਂ ਦੀ ਗਲਤੀ ਨਾ ਕਰੇ, ਕਿਉਂਕਿ ਰਸ਼ੀਆ ਨੇ ਵੀ ਜਿਹੜਾ ਹੈ ਯੂਕਰੇਨ ਦੇ ਉੱਤੇ ਜਿਸ ਸਮੇਂ ਹਮਲਾ ਕੀਤਾ ਸੀ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਰਸ਼ੀਆ ਨੂੰ ਕਿ ਸ਼ਾਇਦ ਕੁਝ ਘੰਟਿਆਂ ਜਾਂ ਕੁਝ ਦਿਨਾਂ ਦੇ ਵਿੱਚ ਹੀ ਯੂਕਰੇਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਵੇਗਾ, ਪਰ ਇਸ ਤਰ੍ਹਾਂ
ਨਹੀਂ ਹੋਇਆ। ਕਈ ਮਹੀਨੇ ਹੋ ਗਏ ਨੇ ਜਿਹੜੀ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਲੜਾਈ ਚੱਲ ਰਹੀ ਹੈ, ਬਹੁਤ ਸਾਰਾ ਨੁਕਸਾਨ ਜਾਨੀ ਤੇ ਮਾਲੀ ਰਸ਼ੀਆ ਦਾ ਅਤੇ ਯੂਕਰੇਨ ਦਾ ਜਿਹੜਾ ਹੋ ਚੁੱਕਾ ਹੈ। ਯੂਕਰੇਨ ਕਾਫੀ ਹੱਦ ਤੱਕ ਜਿਹੜਾ ਜੀ ਤਬਾਹ ਹੋ ਚੁੱਕਾ ਹੈ, ਪਰ ਰਸ਼ੀਆ ਦੇ ਵੀ ਜਿਹੜੇ ਨੇ ਬਹੁਤ ਜਿਹੜੇ ਫੌਜੀ ਨੇ ਜਾਂ ਬਹੁਤ ਵੱਡੇ ਫੌਜੀ ਅਫਸਰ ਨੇ ਜਾਂ ਜਿਹੜਾ ਉਹਨਾਂ ਦਾ ਜਿਹੜਾ ਫੌਜੀ ਭਾਵੇਂ ਟੈਂਕ ਕਹਿ ਲਈਏ ਜਾਂ ਉਹਨਾਂ ਦਾ ਹੋਰ ਜਿਹੜੇ ਸਮਾਨ ਨੇ, ਉਹਨਾਂ ਦਾ ਵੀ ਨੁਕਸਾਨ ਉੱਥੇ ਹੋਇਆ ਹੈ। ਹੁਣ ਰਸ਼ੀਆ ਦੀ ਸਥਿਤੀ ਇਸ ਸਮੇਂ ਇਹ ਬਣੀ ਹੋਈ ਹੈ ਜੀ ਕਿ ਨਾ ਤਾਂ ਉਹ ਯੂਕਰੇਨ ਨੂੰ ਛੱਡ ਕੇ ਜਾ ਸਕਦਾ ਤੇ ਨਾ ਉਸ ਨੂੰ ਛੇਤੀ ਉਹਦੇ ਉੱਤੇ ਜਿੱਤ ਪ੍ਰਾਪਤ ਹੋ ਰਹੀ ਹੈ। ਇਸ ਤੋਂ ਜਿਹੜੀ ਹੈ ਹੋਰ ਚੀਜ਼ਾਂ, ਜਿਹੜੇ ਹਾਲਾਤ ਆਮ ਦੁਨੀਆ ਦੀ ਸ਼ਰਮਾ ਜੀ ਪੈਦਾ ਹੋਏ ਨੇ, ਉਹ ਹੈ ਕਿ ਸਾਰੀ ਦੁਨੀਆ ਦੇ ਵਿੱਚ ਜਿਹੜੀ ਯੂਕਰੇਨ ਤੇ ਰਸ਼ੀਆ ਦੀ ਲੜਾਈ ਤੋਂ ਬਾਅਦ ਮਹਿੰਗਾਈ ਜਿਹੜੀ ਹੈ ਬਹੁਤ ਵੱਧ ਗਈ ਹੈ। ਤੇਲ ਬਹੁਤ ਮਹਿੰਗਾ ਹੋ ਗਿਆ ਹੈ। ਆਮ ਲੋਕਾਂ ਦਾ ਜਿਹੜਾ ਜਨਜੀਵਨ ਹੈ ਉਹ ਬਹੁਤ ਬੁਰੀ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਜਿਹੜਾ ਹੈ ਪ੍ਰਭਾਵਿਤ ਹੋਇਆ ਹੈ। ਸੋ ਜਿਹੜੇ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਲੱਗਦਾ ਨਹੀਂ ਹੈ ਕਿ ਚਾਈਨਾ ਜਾਂ ਚੀਨ ਜਿਹੜਾ ਹੈ ਜੀ ਇਸ ਤਰ੍ਹਾਂ ਦਾ ਕੋਈ ਸਟੈਪ ਚੱਕੇਗਾ ਅਤੇ ਤਾਈਵਾਨ ਦੇ ਉੱਤੇ ਹਮਲਾ ਕਰਨ ਬਾਰੇ ਉਹ ਸੋਚੇਗਾ, ਪਰ ਕਿਉਂਕਿ ਕੁਛ ਵੀ ਨਹੀਂ ਸੋਚਿਆ ਜਾ ਸਕਦਾ। ਇਸੇ ਤਰ੍ਹਾਂ ਜਿਵੇਂ ਕਿ ਪਹਿਲਾਂ ਰਸ਼ੀਆ ਬਾਰੇ ਨਹੀਂ ਸੀ ਸੋਚਿਆ ਜਾ ਰਿਹਾ ਕਿ ਉਹ ਇਸ ਤਰੀਕੇ ਨਾਲ ਯੂਕਰੇਨ ਦੇ ਉੱਤੇ ਹਮਲਾ ਕਰ ਦੇਵੇਗਾ, ਪਰ ਇਸ ਸਮੇਂ ਜਿਹੜੀ ਸਥਿਤੀ ਹੈ ਉਹ ਜਿਹੜੀ ਹੈ ਥੋੜ੍ਹੀ ਜਿਹੀ ਗੰਭੀਰ ਬਣੀ ਹੋਈ ਹੈ। ਸਾਰੇ ਦੇਸ਼ ਇਸ ਬਾਰੇ ਚਿੰਤਤ ਨੇ ਕਿ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਨਾ ਹੋਵੇ ਜੀ। ਬਿਲਕੁਲ, ਤੁਸੀਂ ਠੀਕ ਦੱਸਿਆ ਇਸ ਅੰਤਰਰਾਸ਼ਟਰੀ ਵਿਸ਼ੇ ਦੇ ਬਾਰੇ। ਅਸੀਂ ਜਾਣਦੇ ਹਾਂ ਸਿੱਧੂ ਸਾਹਿਬ ਤੇ ਸਾਡੇ ਦਰਸ਼ਕ ਵੀ ਇਸ ਗੱਲ ਨੂੰ ਜਾਣਦੇ, ਜਿਹੜੇ ਰਾਜਨੀਤੀ ਨਾਲ ਥੋੜ੍ਹਾ ਬਹੁਤਾ ਵਾਸਤਾ ਹੁੰਦੇ ਰਹਿੰਦੇ ਨੇ। ਇੱਕ ਸਮਾਂ ਸੀ ਰੂਸ ਤੇ ਅਮਰੀਕਾ ਦੋਨੋਂ ਵੱਡੀਆਂ ਪਾਵਰ ਸੀਗੀਆਂ, ਫਿਰ ਰੂਸ ਦਾ ਵਿਘਟਨ ਹੋ ਗਿਆ ਤੇ ਟੁੱਟ ਗਿਆ ਤੇ ਅਮਰੀਕਾ ਨੂੰ ਲੱਗਣ ਲੱਗਾ ਕਿ ਹੁਣ ਦੁਨੀਆ ਦੇ ਵਿੱਚ ਕੋਈ ਐਸੀ ਹਸਤੀ ਨਹੀਂ ਹੈਗੀ ਜਿਹੜੀ ਉਹਦੇ ਤੋਂ ਵੱਡੀ ਹੈ। ਬਰਤਾਨੀਆ ਨਾਲ, ਫਰਾਂਸ ਨਾਲ, ਜਰਮਨ ਨਾਲ ਉਹਨਾਂ ਦੇ ਚੰਗੇ ਸਬੰਧ ਸੀ ਤੇ ਬਾਕੀ ਉਹ ਕਿਸੇ ਨੂੰ ਸਮਝਦੇ ਕੁਝ ਨਹੀਂ ਸੀ। ਪਰ ਬੀਤੇ 30 ਕੁ ਸਾਲਾਂ ਤੋਂ ਜਾਂ ਇਸੇ ਚਾਈਨਾ ਦੀ ਰਜੀਮ ਜਿਹੜੀ ਸਰਕਾਰ ਆ, ਉੱਥੇ ਜਿਹੜੀ ਸੱਤਾ ਆ, ਉਹਨਾਂ ਨੇ ਆਪਣੇ ਸਮੇਂ ਦੇ ਦੌਰਾਨ ਬਹੁਤ ਵੱਡੇ ਫੇਰਬਦਲ ਕੀਤੇ ਨੇ, ਬਹੁਤ ਵੱਡੀ ਤਰੱਕੀ ਵੀ ਕੀਤੀ ਹੈ। ਹਾਲਾਂਕਿ ਇਹਦੇ ਬਾਰੇ ਦੇ ਵਿੱਚ ਬਹੁਤ ਸਾਰੇ ਵਿਰੋਧਾਭਾਸ ਵੀ ਨੇ ਕਿ ਉੱਥੇ ਇੰਟਰਨੈਸ਼ਨਲ ਮੀਡੀਆ ਕੰਮ ਨਹੀਂ ਕਰਦਾ ਤੇ ਉੱਥੇ ਅੰਦਰਲੇ ਹਾਲਾਤ ਜਿਹੜੇ ਨੇ ਉਹ ਸਾਹਮਣੇ ਨਹੀਂ ਆਉਂਦੇ। ਪਰ ਫਿਰ ਵੀ ਚੀਨ ਆਪਣੇ ਆਪ ਦੇ ਵਿੱਚ ਇੱਕ ਵੱਡੀ ਪਾਵਰ ਬਣ ਕੇ ਜਿਹੜੀ ਆ ਉਹ ਜ਼ਰੂਰ ਉੱਭਰਿਆ। ਤਾਈਵਾਨ ਇਸ ਮਸਲੇ ਦੇ ਵਿੱਚ ਇੱਕ ਕੜੀ ਹੋ ਸਕਦਾ। ਬੀਤੇ ਦੇ ਵਿੱਚ ਅਸੀਂ ਕਈ ਇਹੋ ਜਿਹੀਆਂ ਘਟਨਾਵਾਂ ਦੇਖੀਆਂ ਜਿੱਥੇ ਇਹਨਾਂ ਦਾ ਤਕਰਾਰ ਸਾਹਮਣੇ ਆਇਆ, ਚਾਹੇ ਉਹ ਅਫਗਾਨਿਸਤਾਨ ਦੇ ਮਾਮਲੇ ਨੂੰ ਲੈ ਕੇ ਦੇਖ ਲਈਏ, ਚਾਹੇ ਉਹ ਜਿਹੜਾ ਯੂਕਰੇਨ ਦੀ ਤੁਸੀਂ ਗੱਲ ਕੀਤੀ ਉਹਨੂੰ ਲੈ ਕੇ ਦੇਖ ਲਈਏ, ਚਾਹੇ ਉਹ ਭਾਰਤ ਦੇ ਵਿੱਚ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਦੇਖ ਲਈਏ, ਉੱਥੇ ਵੀ ਜਿਹੜਾ ਤਕਰਾਰ ਆ ਕਈ ਵਾਰ ਸਾਡੇ ਸਾਹਮਣੇ ਚੀਨ ਦਾ ਤੇ ਅਮਰੀਕਾ ਦਾ ਆ ਉਹ ਸਾਡੇ ਸਾਹਮਣੇ ਆਉਂਦਾ। ਤੇ ਇਹ ਜਿਹੜੀ ਸੱਤਾ ਦੀ ਜੰਗ ਆ, ਅਸਲ ਦੇ ਵਿੱਚ ਬਹੁਤ ਸਾਰੇ ਮੁਲਕਾਂ ਨੇ ਤੇ ਹੁਣ ਇਹਨੂੰ ਇਕਨੋਮਿਕ ਜੰਗ ਬਣਾ ਲਿਆ ਕਿ ਕਿੱਥੇ ਕਿਹਦੀਆਂ ਕੰਪਨੀਆਂ ਜ਼ਿਆਦਾ ਕੰਮ ਕਰਦੀਆਂ ਨੇ, ਕਿੱਥੇ ਕਿਹਨੂੰ ਵੱਡਾ ਪ੍ਰੋਫਿਟ ਮਿਲਦਾ ਹੈ। ਇਸੇ ਨਜ਼ਰੀਏ ਤੋਂ ਦੁਨੀਆ ਦੀਆਂ ਜਿਹੜੀਆਂ ਵੱਖ-ਵੱਖ ਸਰਕਾਰਾਂ ਨੇ ਜਦੋਂ ਕਿਤੇ ਅੰਤਰਰਾਸ਼ਟਰੀ ਦੌਰੇ ਤੇ ਵੀ ਜਾਂਦੀਆਂ ਨੇ ਤੇ ਵਫਦ ਜਿਹੜੇ ਵਪਾਰਕ ਨੇ ਉਹ ਜ਼ਿਆਦਾ ਮਹੱਤਵਪੂਰਨ ਹੁੰਦੇ ਨੇ, ਕਿੰਨੇ ਅਰਬ ਡਾਲਰ ਦਾ, ਕਿੰਨੇ ਖਰਬ ਡਾਲਰ ਦੇ ਸਮਝੌਤੇ ਹੋਏ। ਪਰ ਚੀਨ ਦੀ ਨੀਤੀ ਦੇ ਵਿੱਚ ਥੋੜ੍ਹਾ ਜਿਹਾ ਹਾਲੇ ਤੱਕ ਵੀ ਉਹ ਜਿਹੜਾ ਪਿਛਲੇ ਸਮੇਂ ਵਾਲਾ ਕਬਜ਼ੇ ਵਾਲਾ ਜਿਹੜਾ ਰੁਝਾਨ ਆ ਉਹ ਦੇਖਣ ਨੂੰ ਮਿਲਦਾ ਹੈ। ਚਾਹੇ ਉਹ ਭਾਰਤ ਦੇ ਵਿੱਚ ਅਰੁਣਾਚਲ ਹੋਵੇ, ਚਾਹੇ ਲੇਹ ਲੱਦਾਖ ਵਾਲਾ ਪਾਸਾ ਹੋਵੇ, ਚਾਹੇ ਉਹ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਹੋਵੇ, ਕਿਉਂਕਿ ਉਧਰਲੇ ਪਾਸੇ ਨੂੰ ਵੀ ਉਹਨਾਂ ਨੇ ਇੱਕ ਕੰਸਟਰਕਸ਼ਨ ਲਾਈਨ ਜਿਹੜੀ ਆ ਉਹਦੇ ਤੇ ਕੰਮ ਸ਼ੁਰੂ ਕੀਤਾ ਹੋਇਆ। ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਸ਼੍ਰੀਲੰਕਾ ਵਾਲੇ ਹਾਲਾਤਾਂ ਨੂੰ ਲੈ ਕੇ ਵੀ ਬਹੁਤ ਸਾਰੇ ਜਿਹੜੇ ਮੁਲਕ ਨੇ, ਬਹੁਤ ਸਾਰੇ ਜਿਹੜੇ ਮਾਹਰ ਨੇ ਵਿਸ਼ੇ ਦੇ, ਉਹ ਇਹੀ ਦੱਸਦੇ ਨੇ ਕਿ ਚੀਨ ਦੀਆਂ ਜਿਹੜੀਆਂ ਬਿਜ਼ਨਸ ਕਰਨ ਦੀਆਂ ਨੀਤੀਆਂ ਨੇ ਬਹੁਤੇ ਛੋਟੇ ਮੁਲਕਾਂ ਨਾਲ ਉਹ ਚੰਗੀਆਂ ਨਹੀਂ ਹੈਗੀਆਂ। ਤਾਈਵਾਨ ਨੂੰ ਲੈ ਕੇ ਚੀਨ ਦੀ ਜਿਹੜੀ ਪਾਲਿਸੀ ਆ ਉਹਦੇ ਬਾਰੇ ਤੁਸੀਂ ਦੱਸ ਹੀ ਦਿੱਤਾ ਕਿ ਤਾਈਵਾਨ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਆਪਣੇ ਆਪ ਨੂੰ ਇੱਕ ਇੰਡੀਪੈਂਡੈਂਟ ਦੇਸ਼ ਦੱਸ ਰਿਹਾ ਤੇ ਸਰਕਾਰ ਬਣੀ ਹੋਈ ਹੈ, ਚੋਣਾਂ ਉੱਥੇ ਹੁੰਦੀਆਂ ਨੇ, ਪਰ ਚੀਨ ਹਾਲੇ ਵੀ ਉਹਨੂੰ ਆਪਣਾ ਹੀ ਸਮਝਦਾ ਹੈ। ਤੇ ਅਮਰੀਕਾ ਇੱਕ ਵੱਖਰੇ ਠਾਣੇਦਾਰ ਦੀ ਭੂਮਿਕਾ ਦੇ ਵਿੱਚ ਬੀਤੇ ਬਹੁਤ ਸਾਲਾਂ ਤੋਂ ਜਾਂ ਕਈ ਦਹਾਕਿਆਂ ਤੋਂ ਤੁਸੀਂ ਕਹਿ ਸਕਦੇ ਆ ਵਿਚਰ ਰਿਹਾ ਹੈ। ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ, ਪਰ ਸਿੱਧੀ ਜੰਗ ਲਈ ਮੈਨੂੰ ਲੱਗਦਾ ਨਹੀਂ ਕਿ ਦੋਨੇ ਮੁਲਕ ਤਿਆਰ ਨੇ। ਬਿਲਕੁਲ ਜੀ, ਹਜੇ ਦੋਨਾਂ ਦੀ ਤਿਆਰੀ ਨਹੀਂ ਲੱਗਦੀ, ਪਰ ਚੀਨ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੇਕਰ ਤਾਈਵਾਨ ਦੇ ਵਿੱਚ ਅਮਰੀਕੀ ਦਖਲ ਜ਼ਿਆਦਾ ਵੱਧਦਾ ਹੈ ਤਾਂ ਉਹ, ਕਿਉਂਕਿ ਚੀਨ ਦੇ ਬਹੁਤ ਲਾਗੇ ਹੈ ਤੇ ਚੀਨ ਲਈ ਉਹ ਖਤਰਾ ਪੈਦਾ ਹੋ ਸਕਦਾ ਹੈ। ਅਮਰੀਕਾ ਚੀਨ ਦੇ ਬਹੁਤ ਲਾਗੇ ਆ ਜਾਵੇਗਾ। ਅਮਰੀਕਾ ਲਈ ਸਮੱਸਿਆ ਇਹ ਹੈ ਕਿ ਜੇਕਰ ਤਾਈਵਾਨ ਦੇ ਉੱਤੇ ਚੀਨ ਕਬਜ਼ਾ ਕਰਦਾ ਤੇ ਜਿਹੜੇ ਨੇੜੇ ਟਾਪੂ ਨੇ ਜਿੱਥੇ ਕਿ ਅਮਰੀਕਾ ਦੇ ਹਵਾਈ ਅੱਡੇ ਬਣੇ ਹੋਏ ਨੇ, ਉਹਨਾਂ ਲਈ ਇੱਕ ਵੱਡਾ ਖਤਰਾ ਜਿਹੜਾ ਜੀ ਉਹ ਪੈਦਾ ਹੋ ਸਕਦਾ ਹੈ। ਸੋ ਇਸ ਕਰਕੇ ਅਮਰੀਕਾ ਵੀ ਨਹੀਂ ਕਦੀ ਚਾਹੇਗਾ ਕਿ ਤਾਈਵਾਨ ਦੇ ਉੱਤੇ ਚਾਈਨਾ ਦਾ ਜਿਹੜਾ ਹੈ ਕਬਜ਼ਾ ਹੋ ਜਾਵੇ। ਸੋ ਪਰ ਇਸ ਤਰ੍ਹਾਂ ਅਚਨਚੇਤ ਨੈਂਸੀ ਪਲੋਸੀ ਦੀ ਜਿਹੜਾ ਇਹ ਟ੍ਰਿਪ ਹੈ, ਵਿਜ਼ਿਟ ਹੈ, ਭਾਵੇਂ ਕੋਈ ਖਤਮ ਹੋ ਚੁੱਕਾ ਹੈ, ਪਰ ਉਸ ਤੋਂ ਬਾਅਦ ਜਿਹੜੇ ਨੇ ਤਣਾਅ, ਇੱਕ ਕੜਵਾਹਟ ਜਿਹੜੀ ਹੈ ਅਮਰੀਕਾ ਤੇ ਚੀਨ ਦੇ ਸੰਬੰਧਾਂ ਵਿੱਚ ਇੱਕ ਵਾਰ ਫਿਰ ਆ ਗਈ ਹੈ ਤੇ ਲੱਗਦਾ ਹੈ ਕਿ ਕੁਝ ਦਿਨਾਂ ਬਾਅਦ ਫਿਰ ਹਾਲਾਤ ਜਿਹੜੇ ਨੇ ਆਮ ਵਰਗੇ ਹੋ ਜਾਣਗੇ ਜੀ। ਸਿੱਧੂ ਸਾਹਿਬ, ਮੈਂ ਇੱਕ ਲਾਈਨ ਇਹਦੇ ਜੋੜਨੀ ਚਾਹੁੰਦਾ ਸੀ। ਜਿੱਦਾਂ ਤੁਸੀਂ ਦੱਸਿਆ ਕਿ ਰੂਸ ਯੂਕਰੇਨ ਯੁੱਧ ਦੇ ਨਾਲ ਮਹਿੰਗਾਈ ਬਹੁਤ ਵਧੀ ਹੈ। ਜੇਕਰ ਤਾਈਵਾਨ ਦੀ ਗੱਲ ਕਰੀਏ, ਹਾਲਾਂਕਿ ਉਹ ਛੋਟਾ ਜਿਹਾ ਦੇਸ਼ ਹੈ, ਪਰ ਉੱਥੋਂ ਦੀਆਂ ਕੰਪਨੀਆਂ ਇਲੈਕਟ੍ਰੋਨਿਕਸ ਦੇ ਵਿੱਚ ਬਹੁਤ ਮਾਰਕੇ ਦਾ ਕੰਮ ਕਰਦੀਆਂ ਨੇ। ਦੁਨੀਆ ਵਿੱਚ ਜਿਹੜੀਆਂ
ਵੱਖ-ਵੱਖ ਬਿਜਲੀ ਦੇ ਸਮਾਨ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚਿਪ ਨੇ, ਚਾਹੇ ਉਹ ਕਾਰਾਂ ਦੀਆਂ ਨੇ, ਚਾਹੇ ਉਹ ਹੋਰ ਇਲੈਕਟ੍ਰੋਨਿਕ ਉਪਕਰਨ ਦੀਆਂ ਨੇ, ਉਹ ਅੱਧੀਆਂ ਤੋਂ ਵੱਧ ਤਾਈਵਾਨ ਤੋਂ ਬਣ ਕੇ ਆਉਂਦੀਆਂ ਨੇ। ਜੇਕਰ ਇੱਥੇ ਕੋਈ ਇਸ ਖਿੱਤੇ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਤੇ ਮਹਿੰਗਾਈ ਵੀ ਹੋਰ ਵਧੇਗੀ ਤੇ ਸਾਰੀ ਦੁਨੀਆ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਲਾਈਨ ਆ ਉਹਦੇ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਆ ਸਕਦੀਆਂ ਨੇ, ਜਿਹਦੇ ਨਾਲ ਕਿ ਸਾਰੀ ਦੁਨੀਆ ਦਾ ਉਦਯੋਗ ਜਗਤ ਕਰੋਨਾ ਦੇ ਕਾਲ ਕਰਕੇ ਹਾਲੇ ਉਹਨਾਂ ਸਮੱਸਿਆਵਾਂ ਨਾਲ ਦੋ ਚਾਰ ਹੋ ਰਿਹਾ, ਇਹ ਹੋਰ ਵਧਣ ਦੀ ਆਸ਼ੰਕਾ ਵੀ ਬਣ ਜਾਵੇਗੀ।